जेता समुंद सागर नीर भरिया, तेते औगण हमारे। दया करो किश मेहर पाव, डूबदे पत्थर तारे। जियड़ा अगन बराबर तपै, भीतर बगै काती। प्रणबत नानक हुक्म पछाणै, सुख होवै दिन राती। जेता जियो पिंड सब तेरा, तू अंतर जामी पुरख भगवान। दासन दास कह जन नानक, जिहा तू कराए तिहा हो करी बखियान। दासन दास कह जन नानक, जिहा तू कराए तिहा हो करी बखियान। वाणी गुरु गुरु है बाणी, विच बाणी अमृत सारे। गुर बाणी कहे सेवक जन मानै, पर तख गुरु निस्तारे। सो कहो लल गुर सेविया, अहनिस सहज सुभाए। दर्शन परसिया गुरु कै, जन्म मरण दुख जाए। होवै सिफत खसामदी, नूर अरसह परसह झटिया। तुध डिठे सच्चे पातशाह, वल जन्म जन्म दी घटिया। सज्जन सच्चा पातशाह, सिर साहंद साहो। जिस पास बैठिया सोहियै, सबना दा विरसाहो। सतनाम श्री वाहिगुरु साहिब जी। मारू महला पहला, सुनो चंद सूरज गैनारे। तिसकी जोत त्रिभुवन सारे। सुनो चंद सूरज गैनारे, तिसकी जोत त्रिभुवन सारे। सुने अलख अपार निरालम, सुने ताड़ी लाएदा। सुनो धरत आकाश उपाए, बिन थम्मा राखे सच कल पाए। त्रिभुवन साज
ਵਖਾਣੀ ਸੁਨੋ ਬਾਣੀ, ਸੁਨੋ ਉਪਜੀ ਸੁਨ ਸਮਾਣੀ। ਉਤਪੁਜ ਚਲਤ ਕੀਆ ਸਿਰ ਕਰਤੈ, ਬਿਸਮਾਦ ਸ਼ਬਦ ਦੇਖਾਏਂਦਾ। ਸੁਨੋ ਰਾਤ ਦਿਨਸ ਦੁਇ ਕੀਏ, ਓਪਤ ਖਪਤ ਸੁਖਾਂ ਦੁਖ ਦੀਏ। ਸੁਖ ਦੁਖ ਹੀਤੇ ਅਮਰ ਅਤੀਤਾ, ਗੁਰਮੁਖ ਨਿਜ ਘਰ ਪਾਏਂਦਾ। ਸੁਨੋ ਰਾਤ ਦਿਨਸ ਦੁਇ ਕੀਏ, ਓਪਤ ਖਪਤ ਸੁਖਾਂ ਦੁਖ ਦੀਏ। ਸੁਖ ਦੁਖ ਹੀਤੇ ਅਮਰ ਅਤੀਤਾ, ਗੁਰਮੁਖ ਨਿਜ ਘਰ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਖਿਅਕ, ਸਰਬ ਸਾਂਝੀ ਵਾਰਤਾ ਦਾ ਉਪਦੇਸ਼ ਦੇਣ ਵਾਲੇ, ਮਨੁੱਖਤਾ ਦੇ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜੋ ਆਪ ਜੀ ਨੇ ਹੁਣੇ ਹੀ ਪਾਵਨ ਸ਼ਬਦ ਦੇ 4 ਬੰਦ ਸ਼੍ਰਵਣ ਕੀਤੇ ਹਨ। ਕੱਲ ਵਾਲੀ ਵਿਚਾਰ ਦੇ ਵਿੱਚ ਪਹਿਲੇ 4 ਬੰਦਾਂ ਦੀ ਆਪ ਜੀ ਨੇ ਵਿਚਾਰ ਸ਼੍ਰਵਣ ਕੀਤੀ ਸੀ। ਸਤਿਗੁਰੂ ਮਹਾਰਾਜ ਜੀ ਅਗਲੇ ਬੰਦ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ
ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨੋ ਚੰਦ ਸੂਰਜ ਕੈ ਨਾਰੇ, ਤਿਸ ਕੀ ਜੋਤ ਤ੍ਰਿਭਵਨ ਸਾਰੇ। ਪਾਵਨ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਦੱਸ ਰਹੇ ਨੇ ਕਿ ਜੋ ਕੁਝ ਵੀ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਜਾਂ ਮਹਿਸੂਸ ਕਰਦੇ ਹਾਂ, ਕਿਉਂਕਿ ਇੱਕ ਤਾਂ ਆਪਾਂ ਨੇਤਰਾਂ ਨਾਲ ਦੇਖ ਲੈਣਾ, ਵੱਡੇ ਵੱਡੇ ਪਹਾੜ ਦੇਖ ਲੈਣੇ, ਦਰਖਤ ਦੇਖ ਲੈਣੇ, ਵੱਡੇ ਵੱਡੇ ਸਮੁੰਦਰ, ਨਦੀਆਂ, ਨਾਲੇ ਦੇਖ ਲੈਣੇ, ਇਹ ਨੇਤਰਾਂ ਨਾਲ ਆਪਾਂ ਦੇਖ ਸਕਦੇ ਹਾਂ। ਇੱਕ ਉਹ ਵਸਤੂਆਂ ਜਿਹੜੀਆਂ ਦੇਖੀਆਂ ਨਹੀਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਵੇਂ ਹਵਾ ਹੈ, ਹਵਾ ਤੇਜ਼ੀ ਨਾਲ ਵਗਦੀ ਹੈ ਤੇ ਹਵਾ ਨੂੰ ਆਪਾਂ ਮਹਿਸੂਸ ਕਰਦੇ ਹਾਂ। ਠੰਡੀ ਠੰਡੀ ਸ਼ੀਤਲ ਹਵਾ ਜੋ ਸਾਡੇ ਅੰਗਾਂ ਨੂੰ ਆ ਕੇ ਛੂੰਹਦੀ ਹੈ ਤੇ ਆਪਣਾ ਠੰਡੀ ਹਵਾ ਚੱਲ ਰਹੀ ਹੈ। ਜੇ ਗਰਮੀ ਦੀ ਹਵਾ ਹੈ, ਗਰਮ ਹਵਾ ਤੇ ਗਰਮੀ ਦੀ ਹਵਾ ਗਰਮ ਹੈ, ਭਾਵੇਂ ਇਹ ਮਹਿਸੂਸ ਕੀਤੀ ਜਾਂਦੇ ਹਨ। ਜੋ ਆਪਾਂ ਵਰਤਮਾਨ ਸਮੇਂ ਦੇ ਵਿੱਚ ਜਾਂ ਪਿੱਛੇ ਸਮਾਂ ਲੰਘ ਚੁੱਕਾ ਹੈ, ਨੇਤਰਾਂ ਨਾਲ ਦੇਖਿਆ, ਮਹਿਸੂਸ ਕੀਤਾ, ਇਹਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ। ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਪੈਦਾ ਨਹੀਂ ਕਰ ਸਕਦਾ ਹੈ। ਸਤਿਗੁਰੂ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਦੇਖੋ ਕੱਲ ਵਾਲੀ ਵਿਚਾਰ 'ਚ ਆਪ ਨੇ ਸ਼ਰਵਣ ਕੀਤਾ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼, ਸ਼ਿਵ ਜੀ ਇਤਿਆਦਿ ਜਿੰਨੇ ਵੀ ਦੇਵਤੇ ਨੇ ਉਹ ਪਰਮਾਤਮਾ ਪੈਦਾ ਕੀਤੇ ਨੇ। ਵਾਹਿਗੁਰੂ ਦੀ ਅਗਨੀ ਬਣਾਈ ਹੋਈ ਹੈ, ਵਾਹਿਗੁਰੂ ਦਾ ਪਾਣੀ ਬਣਾਇਆ ਹੋਇਆ ਹੈ। ਸਾਰਿਆਂ ਵਿੱਚ ਉਸ ਵਾਹਿਗੁਰੂ ਨੇ ਆਪਣੀ ਜੋਤ ਟਿਕਾਣਾ ਕੀਤੀ ਹੈ। ਫਿਰ ਸਤਿਗੁਰੂ ਕਹਿੰਦੇ ਜਿਹੜੇ ਸਰੀਰ ਦੇ ਅੰਦਰ 7 ਸਰੋਵਰ ਨੇ, ਕਿਹੜੇ ਨੇ? 5 ਗਿਆਨ ਇੰਦਰੇ ਤੇ 2 ਨੇ ਮਨ ਤੇ ਬੁੱਧ, ਗਿਣਤੀ ਹੋ ਗਈ 7। 7 ਸਰੋਵਰ ਹਨ। ਜਿਹੜਾ ਇਸ ਬਾਤ ਨੂੰ ਵਿਚਾਰ ਲੈਂਦਾ ਤੇ ਇਸ ਤਰ੍ਹਾਂ ਜਦੋਂ ਉਹਦੇ ਜਿਹੜਾ ਇਸ਼ਨਾਨ ਕਰ ਲੈਂਦਾ, ਨਾਮ ਜਪ ਇਸ਼ਨਾਨ ਕਰ ਲੈਂਦਾ, ਸਤਿਗੁਰੂ ਕਹਿੰਦੇ ਫਿਰ ਉਹ ਗੁਰਮੁਖ ਜਨ ਕਹਿੰਦੇ ਮੁਕਤ ਹੋ ਜਾਂਦਾ ਹੈ। ਉਹ ਦੁਆਰਾ ਜੰਮਣ ਮਰਦੇ ਚੱਕਰ ਵਿੱਚ ਨਹੀਂ ਪੈਂਦਾ। ਇੱਥੇ ਸਤਿਗੁਰੂ ਇੱਥੋਂ ਤੱਕ ਆਪ ਜੀ ਨੇ ਵਿਚਾਰ ਸ਼ਰਵਣ ਕੀਤੀ ਤੇ ਬਾਦਸ਼ਾਹ ਅੱਗੇ ਬਚਨ ਕਰਦੇ ਹਨ ਕਿ ਸੁਣ ਲੋ ਚੰਦ ਸੂਰਜ ਗੈ ਨਾਰੇ। ਸੁਣ ਤੋਂ ਭਾਵ ਹੈ ਨਿਰੋਲ, ਜਿਹਨੂੰ ਆਪਾਂ ਕਫਰ ਕਹਿ ਦਿੰਦੇ ਨੇ, ਜਿਹਦਾ ਕੋਈ ਰੂਪ ਰੰਗ ਹੀ ਨਹੀਂ ਹੈ। ਜੇ ਆਪਾਂ ਰੋਜ਼ਾਨਾ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਦੇ ਨਾ ਕਿ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ, ਅਕਰਮ ਅਭਰਮ ਅਗੰਜੇ ਅਲੇਖੇ, ਉਹ ਤਾਂ ਇਹੋ ਜਿਹੇ ਰੂਪ ਦਾ ਹੈ। ਰੱਬ ਦਾ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨਭੋ ਪ੍ਰਕਾਸ਼ ਅਮ ਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਕਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਬਨ, ਕਰਮ ਨਾਮ ਵਰਨਤ ਸੁਮਤ। ਦਸ਼ਮੇਸ਼ ਪਿਤਾ ਮਹਾਰਾਜ ਬਚਨ ਕਰਦੇ ਨੇ, ਕਹਿੰਦੇ हे ਪ੍ਰਮਾਤਮਾ, ਤੇਰਾ ਕੋਈ ਚੱਕਰ ਨਹੀਂ ਹੈ, ਤੇਰਾ ਕੋਈ ਚਿਹਨ ਨਿਸ਼ਾਨ ਨਹੀਂ ਹੈ,
ना तेरी कोई जात है ना वर्ण है, तू जात पात तो रहत है। जातां पातां मनुख दियां मनुख ने बनाईयां ने, तू तो एक इंसान मनुख पैदा किया सी। मनुख ने ही अपने आप को चार वर्णों में वंडना किया। ना तेरा कोई रूप है ना रेख है निशान है, तू अचल मूर्त है। ते ऐसा परमेश्वर अचल मूर्त अनुभव पर अपने आप तो प्रकाश होया। क्योंकि जिन्ने भी संसार में आप देखते हैं जीव जंतु हाँ चार प्रकार दी खाणियां ने, ये सारिया कोई अंडिया तो पैदा हो गया, कोई जीरज तो पैदा हो गए, कोई पसीने तो पैदा हो गए, कोई मिट्टी तो पैदा हुए ने। ते ये सारे दे शरीर बने किसी न किसी तरीके नाल इस संसार च आए, ते परमात्मा नूं कोई पैदा करने वाला नहीं है, वो तो अपने आप तो पैदा होया है। जिहड़ा एक अपने आप तो पैदा होया ना वो जमदा ते ना वो मरदा है। ते आपां सारे जमण मरण दे विच अज आपां जन्म लिया ते एक दिन फिर इस शरीर का अंत होना है, जिंदगी का खात्मा होना है। ते परमात्मा जदों संसार नहीं बनिया सी उदों भी सी, अज संसार है जीव जंतु ने ते अज भी है, ते कल संसार मुकेगा जीव मुकदे ने खत्म हो जाते ने, ते परमात्मा अगे भी उठेगा। वो गुरु सवारे जिहड़ा परमात्मा उहदे उस मालक तो ही सारे पैदा हुए ने, उसे मालक दे विच ही सारे जाके अभेद हो जाते लीन हो जाते। ते सतगुरु कहते उसे ही सुन प्रभु तो अफर नरोल प्रभु तो, कहते ये चंद्रमा पैदा हुआ, चंद्रमा उन्हें पैदा किया, ते उसे ने ही सूरज पैदा किया, उसे ने ही गहनारे तारे इत्यादि जिन्ने भी हैं संसार को रोशनी देने वाले, ये सारे उस मालक को ही पैदा हुए हैं। मालक इन्हों बनाने वाला है। ते जिसकी जोत त्रिभवन सारे, त्रिभवन तो बाद तिन्ना भवनां विच तिन्ना लोकां दे विच जिहड़े तीन लोक मन्ने गए ने, स्वर्ग लोक वाद लोक ते पताल लोक, कहते इन्हां तिन्ना भवनां च पाओ सारे ब्रह्मंडां दे विच उस मालक वाहिगुरू दी ही जोत है, उहदी जोत समाई हुई है। ते उदों पासों ही सारा ही जिहड़ा संसार चानण मुनारा होंदा, सूरज चढ़ता है मालक के हुक्म में चढ़ता, सूरज अस्त होंदा ते मालक के हुक्म में ही अस्त हो रहा है। ते वाहिगुरू का हुक्म इस तरह वरत रहा है। ते सतगुरु जी अगे कृपा करके दसदे हन, सुन्ने अलख अपार निरालम, सुन्ने ताड़ी लाएदा। सुन्ने अफर जो नरोल है, कहते जो लख अलख तो पा लखना तो रैत लखिया नहीं जा सकता है, अपार जिहदा कोई हद बन्ना नहीं है। कहते है सारियां दे विच है पर है कहते सारे तो वखरा है, निर्लेप है सारियां तो। ते सुन्ने ताड़ी लाएदा, ते ओही अफर परमेश्वर ही वाहिगुरू ही ताड़ी समाधि लाने वाला है, जीव समाधि नहीं लाता। उसने ही कहते अफर अवस्था में समाधि लाई हुई है। सुनो धरत आकाश उपाय, बिन थम्मा राखे सच गल पाए। वाहिगुरू परमेश्वर ने ही ये धरती आकाश ये पैदा किए हैं, क्योंकि उस तो बिना कुछ भी नहीं है। सारे शब्द का भाव अर्थ यही है कि परमात्मा तो ही पैदा हुए ने ते परमात्मा में ही जाके समा जाते हैं। वाहिगुरू ने ही इन्हां नूं पैदा सारे नूं पैदा करता ते वाहिगुरू ही सारियां दी फिर लैता करता है।
ਤੇ ਸਤਿਗੁਰੂ ਕਹਿੰਦੇ ਨੇ ਇਸੇ ਹੀ ਅਪਰ ਪਰਮੇਸ਼ਰ ਤੋਂ ਧਰਤੀ ਬਣੀ ਹੈ ਤੇ ਇਸੇ ਹੀ ਪਰਮੇਸ਼ਰ ਤੋਂ ਹੀ ਕਹਿੰਦੇ ਆਕਾਸ਼ ਮਾਲਕ ਨੇ ਆਕਾਸ਼ ਬਣਾ ਦਿੱਤਾ, ਆਕਾਸ਼ ਬਣ ਗਏ ਤੇ ਪਰਮਾਤਮਾ ਨੂੰ ਟਿਕਾਇਆ ਕਿਵੇਂ ਹੋਵੇ, ਵੀ ਕਿਵੇਂ ਟਿਕਾਇਆ ਹੈ? ਕਹਿੰਦੇ ਬਿਨ ਥੰਮਾ ਰਾਖੇ ਸੱਚ ਕਰ ਪਾਏ। ਹੁਣ ਆਪਾਂ ਕੋਈ ਮਕਾਨ ਬਣਾਉਂਦੇ ਆ ਤੇ ਮਕਾਨ ਨੂੰ ਸਪੋਰਟ ਦਿੱਤੀ ਜਾਂਦੀ ਹੈ। ਪੁਰਾਤਨ ਸਮਿਆਂ ਦੇ ਵਿੱਚ ਪੁਰਾਣੇ ਘਰ ਹੁੰਦੇ ਸੀ, ਛੱਪਰ ਹੋਣੇ, ਕੱਚੇ ਮਕਾਨ ਹੋਣੇ, ਉਹਨੂੰ ਸ਼ਤੀਰ ਦੇ ਨਾਲ ਖੜਾ ਕੀਤਾ, ਸਹਾਰਾ ਦਿੱਤਾ ਜਾਂਦਾ ਸੀ। ਕੋਈ ਨਾ ਕੋਈ ਸਹਾਰਾ ਹੁੰਦਾ ਸੀ ਤਾਂ ਸਾਡੇ ਜਿਹੜੇ ਇਹ ਮਕਾਨ ਹੈ ਇਹ ਟਿਕਦੇ ਨੇ ਗੁਰੂ ਸਵਾਰੇ। ਪਰ ਦੇਖੋ ਪਰਮਾਤਮਾ ਦੀ ਕੈਸੀ ਅਚਰਜ ਖੇਡ, ਵਾਹਿਗੁਰੂ ਨੇ ਬਿਨ ਥੰਮਾ ਰਾਖੇ ਸੱਚ ਕਰ ਪਾਏ। ਆਕਾਸ਼ ਜਿੱਥੇ ਧਰਤੀ ਨੂੰ ਹੈ, ਜਿੱਥੇ ਤੱਕ ਆਪਾਂ ਜਾਵਾਂਗੇ ਤਾਂ ਉੱਥੇ ਸਾਨੂੰ ਇੱਕ ਛੱਤ ਨਸੀਬ ਹੋਵੇਗੀ। ਉਹ ਛੱਤ ਜਿਹੜੀ ਹੈ ਆਕਾਸ਼ ਦੀ ਛੱਤ। ਪਰ ਇਸ ਆਕਾਸ਼ ਦੀ ਛੱਤ ਵਿੱਚ ਥੱਲੇ ਕੋਈ ਸ਼ਤੀਰ ਨਹੀਂ ਹੈ, ਕੋਈ ਥੰਮ ਨਹੀਂ ਹੈ ਤੇ ਬਿਨਾਂ ਥੰਮਾਂ ਤੋਂ ਹੀ ਗੁਰੂ ਸਾਹਿਬ ਪਰਮਾਤਮਾ ਨੇ ਇਹ ਜਿਹੜਾ ਹੈ ਆਕਾਸ਼ ਖੜਾ ਕੀਤਾ ਹੋਇਆ, ਕੋਈ ਸਹਾਰਾ ਨਹੀਂ। ਜਿਹਨੂੰ ਕੋਈ ਥੰਮ ਨਹੀਂ, ਕੋਈ ਸਹਾਰਾ ਨਹੀਂ ਹੈ, ਫਿਰ ਗੁਰੂ ਸਾਹਿਬ ਉਹ ਖਲੋਤਾ ਕਿਵੇਂ ਹੈ? ਪਰਮਾਤਮਾ ਦੇ ਸਹਾਰੇ ਖਲੋਤਾ ਹੈ। ਵਾਹਿਗੁਰੂ ਨੇ ਹੀ ਖੜਾ ਕੀਤਾ ਹੈ। ਇਸੇ ਤਰ੍ਹਾਂ ਧਰਤੀ ਹੈ, ਧਰਤੀ ਦੇ ਉੱਤੇ ਆਪਾਂ ਰਹਿ ਰਹੇ ਹਾਂ। ਪਹਿਲਾਂ ਹੀ ਪਿੱਛੇ ਸ਼ਬਦ ਵਿਚਾਰ ਆਈ ਸੀ ਕਿ ਧਰਤੀ ਦੇ ਉੱਤੇ ਰਹਿ ਰਹੇ, ਧਰਤੀ ਥੱਲੇ ਪਾਣੀ ਹੈ ਤੇ ਪਾਣੀ ਦੇ ਉੱਤੇ ਧਰਤੀ ਡਿੱਗੀ ਹੋਈ ਹੈ। ਪਰ ਧਰਤੀ ਨੂੰ ਵੀ ਸਹਾਰਾ ਅਸਲ ਵਿੱਚ ਪਰਮਾਤਮਾ ਦਾ ਹੀ ਹੈ। ਪਰਮਾਤਮਾ ਤੋਂ ਧਰਤੀ ਨੂੰ ਘੜਾਉਣ ਵਾਲਾ ਨਹੀਂ ਹੈ। ਉਹੀ ਵਾਹਿਗੁਰੂ ਆਪਣੀ ਸੱਚ ਕੰਨ ਪਾਏ, ਆਪਣੀ ਕਲਾ ਨੂੰ ਪਾ ਕੇ ਇਸ ਤਰ੍ਹਾਂ ਮਾਲਕ ਵਾਹਿਗੁਰੂ ਹੀ ਇਹ ਸੰਸਾਰ ਨੂੰ, ਜਿੰਨੇ ਵੀ ਗੁਰੂ ਸੰਤਾਂ, ਚਾਹੇ ਆਕਾਸ਼ ਹੈ ਚਾਹੇ ਧਰਤੀ ਹੈ, ਇਹਨਾਂ ਨੂੰ ਮਾਲਕ ਨੇ ਟਿਕਾਇਆ ਹੋਇਆ ਹੈ। ਤੇ ਵਾਹਿਗੁਰੂ ਨੇ ਖੇਡ ਕਿਵੇਂ ਵਰਤਾਈ ਹੈ? ਇਸ ਤਰ੍ਹਾਂ ਮਾਇਆ ਦਾ ਪਸਾਰਾ ਮਾਲਕ ਨੇ ਇਹ ਫੈਲਾਇਆ ਤੇ ਸਤਿਗੁਰੂ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ। ਤ੍ਰਿਭਵਨ ਸਾਜ ਮੇਖੁਲੀ ਮਾਇਆ, ਆਪ ਉਪਾਏ ਖਪਾਏਂਦਾ। ਤ੍ਰਿਭਵਨ, ਤਿੰਨਾਂ ਭਵਨਾਂ ਨੂੰ, ਤਿੰਨਾਂ ਲੋਕਾਂ ਨੂੰ ਸਾਜ ਕੇ ਤੇ ਇਸ ਸੰਸਾਰ ਦੇ ਵਿੱਚ ਫਿਰ ਮਾਲਕ ਨੇ ਮੇਖੁਲੀ ਮਾਇਆ, ਮੱਖੀ ਦੀ ਨਿਆਈ ਜਿਹੜੀ ਇਹ ਮਾਇਆ ਨਾ, ਇਹ ਮਾਇਆ ਕਿਤੇ ਪੈਦਾ ਕਰ ਦਿੱਤੀ। ਤਿੰਨਾਂ ਲੋਕਾਂ ਨੂੰ ਮਾਇਆ ਦੇ ਵਿੱਚ ਹੀ ਗਰਦਾਨ ਕਰ ਦਿੱਤਾ ਤੇ ਐਸਾ ਮੋਹ ਜੀਵਾਂ ਦੇ ਅੰਦਰ ਮਾਇਆ ਦਾ ਪੈ ਗਿਆ ਕਿ ਜੀਵਾਂ ਨੂੰ ਇਹ ਭੁੱਲ ਗਿਆ ਕਿ ਕਰਤਾ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ। ਕਰਤੇ ਨੂੰ ਵਿਸਾਰ ਕੇ ਇਸੇ ਮਾਇਆ ਦੇ ਵਿੱਚ ਹੀ ਜੀਵ ਗਲਤਾਨ ਹੋ ਗਿਆ। ਸਤਿਗੁਰੂ ਕਹਿੰਦੇ ਨੇ ਆਪ, ਕਹਿੰਦੇ ਆਪ ਉਪਾਏ ਖਪਾਏਂਦਾ, ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਫਿਰ ਕਹਿੰਦੇ ਖਪਾਏਂਦਾ, ਲੈਂਦਾ ਵੀ ਆਪ ਹੀ ਕਰਦਾ ਹੈ, ਸੰਘਾਰ ਕਰਨ ਵਾਲਾ ਵੀ ਆਪ ਹੀ ਹੈ। ਹੁਣ ਮਾਇਆ ਦਾ ਪ੍ਰਭਾਵ ਪਰਮਾਤਮਾ ਨੇ ਕਿਵੇਂ ਪਾਇਆ? ਤੇ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਆ, ਮਾਇਆ ਹੈ ਕੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੋ ਤੇ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਮਾਈ ਮਾਇਆ ਛਾਲ। ਪਰਮਾਤਮਾ ਦੀ ਮਾਇਆ ਪੈਦਾ ਕੀਤੀ ਹੋਈ ਹੈ, ਪਰ ਮਾਇਆ ਦਾ ਰੂਪ ਕੀ ਹੈ? ਮਾਇਆ ਛਲਣੀ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਗ। ਰੂਪ ਕੀ ਹੈ ਕਹਿੰਦੇ ਦਾ? ਕਹਿੰਦੇ ਕੱਖਾਂ ਦੀ ਅੱਗ। ਘਾਹ ਕੱਖਾਂ ਨੂੰ ਆਪਾਂ ਅੱਗ ਲਾਈਏ ਤੇ ਉਦੋਂ ਭਾਂਬੜ ਬਲਦੇ ਨੇ, ਵੱਡਾ ਭਾਂਬੜ ਬਲੇਗਾ ਪਰ ਉਹ ਥੋੜੇ ਸਮੇਂ ਨਹੀਂ ਰਹਿੰਦਾ, ਸਭ ਕੁਝ ਸਾੜ ਕੇ ਸਵਾਹ ਕਰਕੇ
फिर वो खत्म हो जाती है। मेघ की छाया, ਬੱਦਲ ਜਿਹੜੇ ਆਕਾਸ਼ ਦੇ ਵਿੱਚ ਥੋੜੇ ਸਮੇਂ ਦੇ ਰਹਿੰਦੇ ਨੇ। ਬੱਦਲ ਇੱਕ ਦਿਨ, 2 ਦਿਨ, ਹਫ਼ਤਾ ਵੱਧ ਰਹਿ ਜਾਣਗੇ, ਫਿਰ ਮੌਸਮ ਜਿਹੜਾ ਸਾਫ਼ ਹੋ ਜਾਂਦਾ ਹੈ। ਬਹੁਤਾ ਸਮਾਂ ਬੱਦਲ ਸੂਰਜ ਨੂੰ ਰੋਕ ਨਹੀਂ ਸਕਦੇ ਤੇ ਇੱਕ ਦਿਨ ਬੱਦਲ ਫਿਰ ਖਤਮ ਹੋ ਜਾਂਦੇ ਨੇ। ਤੇ ਤੀਜਾ ਰੂਪ ਸਤਿਗੁਰੂ ਜੀ ਨੇ ਬਿਆਨ ਕੀਤਾ, ਕਹਿੰਦੇ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਾਗਾ। ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਜਿਵੇਂ ਵਰਖਾ ਪੈਂਦੀ ਹੈ ਬੜੀ ਤੇਜ਼ੀ ਦੀ, ਵਰਖਾ ਪੈਣ ਨਾਲ ਦਰਿਆਵਾਂ ਦਾ, ਖੂਹਾਂ ਦਾ ਪਾਣੀ, ਜਿਹੜਾ ਗੁਰੂ ਸਵਾਰੇ ਨਦੀਆਂ ਦਾ ਪਾਣੀ ਇਹ ਭਰ ਜਾਂਦਾ ਹੈ। ਫਿਰ ਹੜ੍ਹ ਆਉਂਦੇ ਨੇ, ਹੜ੍ਹ ਆਉਣ ਦੇ ਰਾਹੀਂ ਲੋਕਾਂ ਦੀ ਜਿਹੜੀ ਫਸਲ ਹੈ, ਫਸਲ ਦਾ ਨੁਕਸਾਨ ਹੁੰਦਾ ਹੈ, ਘਰ-ਬਾਰ ਦਾ ਨੁਕਸਾਨ ਹੁੰਦਾ ਹੈ। ਉਹ ਹੜ੍ਹ ਦਾ ਪਾਣੀ ਸਭ ਕੋ ਰੋੜ ਕੇ ਲੈ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਤੀਜਾ ਰੂਪ ਹੈ ਮਾਇਆ ਦਾ, ਕਹਿੰਦੇ ਇਹ ਹੜ੍ਹਾਂ ਦੀ ਜਲਦੀ ਨਿਆਈ ਹੈ, ਹੜ੍ਹਾਂ ਦੇ ਪਾਣੀ ਦੀ ਨਿਆਈ ਹੈ। ਜੇ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ, ਆਵਾਜ਼ ਨਹੀਂ ਕੀਤੀ, ਮਾਇਆ ਦੇ ਵਿੱਚ ਗ੍ਰਿਫਤਾਰ ਹੋ ਕੇ ਹਾਏ ਮਾਇਆ ਕਰਦਾ ਰਿਹਾ, ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਤੇਰੀ ਹਾਲਤ ਵੀ ਇਹੋ ਜਿਹੀ ਹੋਵੇਗੀ। ਤੇਰੀ ਜ਼ਿੰਦਗੀ ਜਿਵੇਂ ਹੜ੍ਹ ਦਾ ਪਾਣੀ ਰੋੜ ਕੇ ਲੈ ਜਾਂਦਾ ਨਾ, ਤੇਰੀ ਸਵਾਸਾਂ ਨੂੰ ਜਿਹੜੀ ਪੂੰਜੀ ਹੈ ਉਹ ਕਹਿੰਦੇ ਇਸ ਮਾਇਆ ਨੇ ਰੋੜ ਕੇ ਲੈ ਜਾਣੀ ਹੈ, ਤੂੰ ਖਾਲੀ ਰਹਿ ਜਾਵੇਗਾ। ਇਹ ਰੂਪ ਤਿੰਨ ਰੂਪ ਸਤਿਗੁਰੂ ਨੇ ਬਿਆਨ ਕੀਤੇ ਨੇ। ਫਿਰ ਸਤਿਗੁਰੂ ਇਹ ਵੀ ਵਚਨ ਕਰਦੇ ਨੇ, ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਕੀ ਕੈਸੀ ਹੈ ਕਿ ਜਿਹਨੂੰ ਪ੍ਰਾਪਤ ਕਰਕੇ ਹਰ ਵਿਸਰੈ ਹਰੀ ਨੂੰ ਵਿਸਾਰ, ਜੀਵ ਦੇ ਅੰਦਰ ਫਿਰ ਮੋਹ ਪੈਦਾ ਹੁੰਦਾ ਤੇ ਭਾਵ ਦੂਜਾ ਦਾ ਦਵੈਤ ਦੇ ਵਿੱਚ ਹੀ ਜੀਵ ਫਿਰ ਗੁਰੂ ਸੇ ਲੱਗ ਜਾਂਦਾ ਹੈ। ਪ੍ਰੇਮ ਕਰਨਾ ਸੀ ਪਰਮਾਤਮਾ ਦੇ ਨਾਲ ਤੇ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਨਾਲ ਹੀ ਪ੍ਰੇਮ ਕਰਦਾ ਰਿਹਾ। ਤੇ ਸਤਿਗੁਰੂ ਬਚਨ ਕਰਦੇ ਹਨ, ਕਹਿੰਦੇ ਇਸ ਤਰ੍ਹਾਂ ਮਾਲਕ ਨੇ ਤ੍ਰਿਭਵਨ ਸਾਜ ਮੇਘ ਨਹੀਂ ਪਾਇਆ। ਤਿੰਨਾਂ ਲੋਕਾਂ ਨੂੰ ਸਾਜ ਕੇ, 3 ਲੋਕ ਬਣਾ ਕੇ, ਤੇ ਵਾਹਿਗੁਰੂ ਨੇ ਇਹ ਕਹਿੰਦੇ ਆਪਣੀ ਮਾਇਆ ਕਹਿੰਦੇ ਇਹਦੇ ਚ ਪਸਾਰ ਦਿੱਤੀ। ਆਪ ਉਪਾਏ, ਫਿਰ ਕਹਿੰਦੇ ਜੀਵਾਂ ਨੂੰ ਆਪ ਉਪਾਏ ਪੈਦਾ ਕਰਦਾ ਹੈ। ਖਪਾਏ ਦਾ ਤੇ ਖਪਾਉਣ ਤੋਂ ਭਾਵ ਖਤਮ ਕਰਦਾ, ਖਤਮ ਵੀ ਆਪ ਹੀ ਕਰਦਾ। ਦੇਖੋ ਲੱਖਾਂ ਹੀ ਰੋਜ਼ਾਨਾ ਜਨਮ ਲੈਂਦੇ ਨੇ ਤੇ ਲੱਖਾਂ ਹੀ ਸੰਸਾਰ ਭਰ ਚ ਜੀਵ ਮਰਦੇ ਨੇ। ਕੋਈ ਇੱਥੇ ਰਹਿਣ ਵਾਲਾ ਨਹੀਂ ਹੈ, ਕਿਸੇ ਦਾ ਕਿਲਾ ਨਹੀਂ ਕੱਢਿਆ ਹੋਇਆ ਗੁਰੂ। ਹਰ ਇੱਕ ਨੇ ਸੰਸਾਰ ਤੋਂ ਜਾਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪੁੱਛੋ, ਸਤਿਗੁਰੂ ਕਹਿੰਦੇ ਨੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਨਿਜ ਕਰ ਆਪਣੇ ਨੇਤਰਾਂ ਦੇ ਨਾਲ ਦੇਖਿਆ, ਕਹਿੰਦੇ ਜਗਤ ਵਿੱਚ ਦੇਖਣਾ ਕੀਤਾ, ਕੀ ਦੇਖਿਆ? ਕੋਈ ਕਿਸੇ ਦਾ ਨਹੀਂ ਹੈ। ਨਾਨਕ ਥਿਰ ਹਰ ਭਗਤ ਹੈ, ਪਰਮਾਤਮਾ ਦੀ ਭਗਤੀ ਥਿਰ ਰਹਿਣ ਵਾਲੀ ਹੈ। ਉਸੇ ਹੀ ਭਗਤੀ ਨੂੰ, ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਮਨ ਵਿੱਚ ਰੱਖਣਾ ਕਰ ਹੈ। ਬਾਕੀ ਆਪਾਂ ਸਾਰੇ ਜਮਨਾ ਵਿੱਚ ਨੇ, ਸਫਰ ਵਿੱਚ ਆ। ਜੋ ਸਫਲ ਹੋ ਗਿਆ ਤੇ ਸੰਸਾਰ ਤੋਂ ਆਪਾਂ ਕੁਝ ਕਰ ਜਾਣਾ ਹੈ। ਸਫਰ ਕਾਰਿਆ ਤੇ ਮਨੁੱਖ ਦੀ ਮੰਜ਼ਿਲ ਹੁੰਦੀ ਹੈ। ਜਿਵੇਂ ਆਪਾਂ ਲੁਧਿਆਣੇ ਤੋਂ ਅਨੰਦਪੁਰ ਸਾਹਿਬ ਜਾਣਾ ਤੇ ਸਾਡੀ ਮੰਜ਼ਿਲ ਹੈ ਲੁਧਿਆਣੇ ਤੋਂ ਤੁਰ ਪਏ ਅਨੰਦਪੁਰ ਸਾਹਿਬ ਪਹੁੰਚ ਗਏ। ਉੱਥੇ ਸਾਡਾ ਸਫਰ ਜਿਹੜਾ ਖਤਮ ਹੋ ਗਿਆ, ਆਪਣਾ ਕੰਮ ਕਰਕੇ ਉੱਥੋਂ ਫਿਰ ਵਾਪਸ ਆ ਗਏ। ਅਨੰਦਪੁਰ ਸਾਹਿਬ ਤੋਂ ਆਪਾਂ ਦਿੱਲੀ ਜਾਣਾ, ਸਫਰ ਸਾਡਾ ਦਿੱਲੀ ਤੱਕ ਹੈ ਤੇ ਉੱਥੇ ਸਾਡਾ ਸਫਰ ਮੁੱਕ ਗਿਆ, ਖਤਮ ਹੋ ਗਿਆ, ਕੰਮ ਕੀਤਾ, ਫਿਰ ਵਾਪਸ ਆ ਗਏ।
ਮੰਜ਼ਿਲ ਤੱਕ ਪਹੁੰਚ ਗਏ ਨਾ। ਪਰ ਮਨੁੱਖਾ ਦੇਹੀ ਸਭ ਵਿੱਚ ਅੰਨ ਪ੍ਰਾਪਤ ਹੋਈ ਹੈ, ਜੀਵ ਸਫ਼ਰ ਕਰ ਰਿਹਾ ਹੈ ਤੇ ਮੰਜ਼ਿਲ ਤੱਕ ਨਹੀਂ ਪਹੁੰਚ ਰਿਹਾ, ਵਿਚਕਾਰ ਹੀ ਰਹਿ ਜਾਂਦਾ। ਮੰਜ਼ਿਲ ਕਿਹੜੀ ਹੈ? ਪਰਮਾਤਮਾ, ਵਾਹਿਗੁਰੂ, ਅਕਾਲ ਪੁਰਖ, ਗੁਰੂ ਪਾਤਸ਼ਾਹ। ਉੱਥੇ ਤੱਕ ਪਹੁੰਚ ਨਹੀਂ ਸਕਿਆ, ਵਿਚਕਾਰ ਹੀ ਰਹਿ ਗਿਆ। ਐਸਾ ਮੋਹ ਦੀਆਂ ਤੰਦਾਂ ਵਿੱਚ ਖਚਤ ਹੋ ਗਿਆ ਕਿ ਜੀਵ ਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਅਸਲ ਘਰ ਕੀ ਹੈ। ਇਹੀ ਸਾਰੀ ਜ਼ਿੰਦਗੀ ਕਰਦਾ ਰਿਹਾ ਕਿ ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਘਰ ਵਾਲੀ, ਮੇਰੇ ਮਾਤਾ ਪਿਤਾ, ਮੇਰੇ ਮਿੱਤਰ ਸੱਜਣ, ਮੇਰੇ ਸੰਬੰਧੀ, ਇਹਦੇ ਵਿੱਚ ਲੱਗਿਆ। ਪਰ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਦੇ ਆ ਨਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਇਹੋ ਕਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈਏ। ਐਸਾ ਕਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸਮਾਤੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਪਰਿਵਾਰ ਨਾਲ ਮੋਹ ਨਹੀਂ ਕਰਨਾ, ਮਿੱਤਰ ਸੱਜਣਾ ਨਾਲ ਮੋਹ ਨਹੀਂ ਕਰਨਾ। ਗੁਰੂ ਪਾਤਸ਼ਾਹ ਕਹਿਣ ਦਾ ਭਾਵ ਕੀ ਹੈ? ਸਤਿਗੁਰੂ ਕਹਿੰਦੇ ਰਹਿ ਆਪਣੇ ਪਰਿਵਾਰ ਵਿੱਚ ਗ੍ਰਸਥੀ ਜੀਵਨ ਬਤੀਤ ਕਰ, ਪਰ ਪਰਿਵਾਰ ਵਿੱਚ ਰਹਿ ਕੇ ਤੂੰ ਰੱਬ ਨੂੰ ਚੇਤੇ ਰੱਖ, ਵਾਹਿਗੁਰੂ ਨੂੰ ਚੇਤੇ ਰੱਖ। ਪਾਲਣਾ ਪੋਸ਼ਣਾ ਆਪਣੇ ਪਰਿਵਾਰ ਦੀ ਇੱਕ ਜ਼ਿੰਮੇਵਾਰੀ ਨਿਭਾਉਣਾ ਕਰ, ਉਹਨਾਂ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦਾ ਸ਼ੁਕਰ ਕਰਕੇ, ਮੇਰੇ ਮਾਲਕ ਜੀ ਤੇਰਾ ਧੰਨਵਾਦ ਹੈ, ਤੈਂ ਮੇਰੀ ਡਹਿਰ ਸੇਵਾ ਲਈ ਮੈਨੂੰ ਮੇਰਾ ਪਰਿਵਾਰ ਦੇਣਾ ਕੀਤਾ, ਬੱਚੇ ਦੇਣਾ। ਜਦੋਂ ਅਸੀਂ ਇਸ ਤਰ੍ਹਾਂ ਪਰਿਵਾਰ ਨੂੰ ਪ੍ਰਾਪਤ ਕਰਕੇ ਤੇ ਉਸ ਮਾਲਕ ਦਾ ਧੰਨਵਾਦ ਕਰਾਂਗੇ, ਸ਼ੁਕਰ ਕਰਾਂਗੇ ਤੇ ਮਾਫ ਕਰਨਾ, ਫਿਰ ਇਹ ਮਾਇਆ ਨਹੀਂ ਰਹੇਗੀ। ਫਿਰ ਆਪਾਂ ਮੋਹ ਦੀਆਂ ਤੰਦਾਂ ਤੋਂ ਆਜ਼ਾਦ ਹੋਵਾਂਗੇ। ਦੇਖੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਸ ਵਕਤ ਸਤਿਗੁਰ ਦੇ 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਹਿੰਦੇ ਨੇ ਸਿੰਘ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਦੇਖਿਆ ਸਤਿਗੁਰ ਦੇ ਚਿਹਰੇ ਵੱਲ ਉਹੀ ਜਲਾਲ ਜੋ ਅਨੰਦਪੁਰ ਸਾਹਿਬ ਸਤਿਗੁਰੂ ਜੀ ਆਪਣੇ ਸਿੰਘਾਸਣ ਤੇ ਬਹਿੰਦੇ ਸਨ, ਚਮਰ ਛਤਰ ਤਖਤ ਦੇ ਮਾਲਕ ਪਾਤਸ਼ਾਹ ਦੇ ਸੀਸ ਉੱਤੇ ਜੌਹਰ ਹੁੰਦਾ ਸੀ। ਬਿਲਕੁਲ ਸਤਿਗੁਰਾਂ ਦੇ ਚਿਹਰੇ ਉੱਤੇ ਬਿਲਕੁਲ ਵੀ ਚਿੰਤਾ ਝੋਰੇ ਨਹੀਂ ਹਨ, ਚੜ੍ਹਦੀ ਕਲਾ ਦੇ ਵਿੱਚ। ਭਾਈ ਆਲਮ ਸਿੰਘ ਜੈਸੇ ਹੋਰ ਸਿੰਘ ਖਲੋਤੇ ਨੇ, ਕਹਿਣ ਲੱਗੇ ਪਾਤਸ਼ਾਹ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੁਹਾਨੂੰ ਦੁੱਖ ਨਹੀਂ ਹੋਇਆ? ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਲਕੀਰਾਂ ਖਿੱਚੋ। ਧਰਤੀ ਉੱਤੇ ਗੁਰੂ ਸਵਾਰੇ ਲਕੀਰਾਂ ਖਿੱਚੀਆਂ ਗਈਆਂ। ਫਿਰ ਸਤਿਗੁਰੂ ਕਹਿਣ ਲੱਗੇ ਇਹਨਾਂ ਲਕੀਰਾਂ ਨੂੰ ਮਿਟਾ ਦਿਓ। ਤੇ ਸਿੰਘ ਨੇ ਉਸੇ ਤਰ੍ਹਾਂ ਗੁਰੂ ਪਾਤਸ਼ਾਹ ਦਾ ਹੁਕਮ ਪਾ ਕੇ ਉਹ ਜਿਹੜੀਆਂ ਲਕੀਰਾਂ ਬਣਾਈਆਂ ਸੀ ਮਿਟਾ ਦਿੱਤੀਆਂ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਹਾਂ ਸਿੰਘੋ ਦੱਸੋ, ਜਦੋਂ ਲਕੀਰਾਂ ਧਰਤੀ ਉੱਤੇ ਖਿੱਚੀਆਂ ਸੀ ਤੁਹਾਨੂੰ ਫਰਕ ਪਿਆ ਸੀ? ਹੁਣ ਇਹ ਲਕੀਰਾਂ ਮਿਟਾਉਣ ਵੇਲੇ ਕੋਈ ਫਰਕ ਪਿਆ? ਕਹਿਣ ਲੱਗੇ ਸਤਿਗੁਰੂ ਦਾ ਮਿੱਟੀ ਉੱਤੇ ਲਕੀਰਾਂ ਖਿੱਚੀਆਂ ਨੇ ਤਾਂ ਆਪ ਹੀ ਬਣਾਈਆਂ ਤੇ ਆਪ ਹੀ ਮਿਟਾ ਦਿੱਤੀਆਂ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਫਿਰ ਭਾਈ ਪਰਮੇਸ਼ਰ ਨੇ ਆਪ ਹੀ ਸਾਹਿਬਜ਼ਾਦੇ ਪੈਦਾ ਕੀਤੇ ਸੀ ਤੇ ਆਪਣੇ ਵਿੱਚ ਆਪ ਹੀ ਸੰਭਾਲੇ ਨੇ, ਤੇ ਉਹਦੇ ਪੈਦਾ ਕੀਤੇ ਸੀ ਉਹ ਲੈ ਗਿਆ ਤੇ ਸਾਨੂੰ ਕੀ ਹੋਇਆ? ਅਸੀਂ ਤਾਂ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਹਿਣਾ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ, ਵਾਹਿਗੁਰੂ ਦੀ ਰਜ਼ਾ ਦੇ ਪਾਲਣਾ ਕਰਨੀ ਹੈ ਬਸ। ਉਹਦੇ ਸੀ ਉਹ ਲੈ ਗਿਆ ਜਿਸ ਕੀ ਬਖਸ਼ੈ ਦਾ ਜਾਇਜ਼, ਇਹਦੀ ਵਸਤੂ ਲੈ ਜਾਣੀ ਹੈ। ਇਸ ਕਰਕੇ ਗੁਰੂ ਸਵਾਰੇ ਦੀ ਪਾਤਸ਼ਾਹ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵੱਡੇ ਤੋਂ ਵੱਡੀ ਔਕੜ ਕਿਉਂ ਨਾ ਆ ਜਾਵੇ ਤੇ ਸਿੱਖ ਨੇ ਹਰ ਸਮੇਂ ਉਸ ਮਾਲਕ ਦਾ
गुरु का शुक्र करना, गुरु के चरणों च अरदास बेनती करनी है। बस किड्डा बड़ा हीरा गुरु कलगीधर पातशाह दा साडे बच्चियां दे छोटी जी खरोच आ जाए ना, झरीट आ जाए ते सट बच्चे दे लगदी ते दिल साडा दुखदा, दर्द साडे हुंदा है। पर वो समा याद करो, कलगीधर पातशाह महाराज गढ़ी दे उत्ते खलोते ने। भाई अजीत सिंह साहबजादा बाबा अजीत सिंह जी कलगीधर पातशाह महाराज थापड़ा है कि मैदाने जंग में जाते हैं। जो मैदाने जंग में पहुंचते हैं तो दुश्मनों के आहू ला ला के दुश्मन को कतल कर करके धरती से सुटते जा रहे हैं। कलगी एक कहते तीर चलता हुआ आया, साहबजादा बाबा अजीत सिंह के आके लगे जो सतगुरु ने अपने नेत्रों के सामने देखे। पहला तीर पहला बार भाई साहबजादा बाबा अजीत सिंह तक लगे ते कलगीधर पातशाह ने अपने नेत्रों में देखा, पर दशमेश पिता महाराज ने हाय नहीं की, ना साहबजादे ने हाय की, ना दशमेश पिता महाराज ने हाय की है। सतगुरु कलगीधर पातशाह ने बुलंद आवाज दे विच चढ़दी कला दे विच सतगुरु जयकारा गजाया सी, बोले सो निहाल सत श्री अकाल। दसिया सतगुरु जी ने कि देखो भाई बड़े तो बड़े औंकड़ क्यों ना आ जाए, औखा समा क्यों ना आ जाए, सिखा कदे तैं उस मालक नूं नहीं विसारना, अपने गुरु ने नहीं विसारना। अपने उत्ते थोड़ा जिहा औखा समा आया आप गुरु नूं विसार दिंदे हैं। साडा कोई काम ना हो, काम साडा अड़िया हो ना, काम साडा सिरे ना चढ़े तो गुरुद्वारे मत्था टेकना हम बंद कर दिंदे कि नहीं, साडा गुरु ने सुनी नहीं, मैं गुरु नाल नाराज हाँ। गुरु नाल नाराज होके की कर लवांगे आपां? गुरु नाल नाराज हो कुछ नहीं कर सकते। गुरु के हज़ारां लखां सिख ने। ते दूजी गल है, जिहड़ी वस्तु तेरे भांडे मुताबिक सतगुरु ने तेरे भांडे में पा दी, जिन्ना को भांडा है मालक देख के पाता कि जिन्ना भांडा उन्ना को पदार्थ, जो वध पदार्थ है वो बाहर कुछ लगे डिगेगा। इस करके जिन्ने दे आपां अधिकारी उन्ना को सानू प्राप्त हो गया। कदे भी रोस ना करो सतगुरु उत्ते, परमेश्वर उत्ते। जो परमेश्वर दिता होया ना ਉਹਨੂੰ प्राप्त करके ਆਪਾਂ धन्यवाद करिए। सब तो बड़ी दात है, पहला भी दास ने बेनती की है कि मालक ने सानू तंदुरुस्ती बख्शिश की, धन संपदा होवे, घर में जमीन जायदाद चंगी होवे, चंगी प्रॉपर्टी होवे, कारोबार चंगा होवे, पर जे शरीर आजाद देता वो माया की करनी उस बारे। ये तंदुरुस्त है तो मन कीता कि मैं सैर करके आवां, उठिया तो सैर कर चलिया गया। बीमार पिया हुआ मन करता मैं बाहर निकला सैर करा तो तुरया नहीं जाता, तो किवें कर लवांगे? शरीर सही होगा ताइयों सैर होगी ना। इस करके जो कुछ प्राप्त होया उन्हें प्राप्त करके आपां गुरु का शुक्र करिए, धन्यवाद करिए। कदे भी मन में इन्हां ध्याना करिए कि सतगुरु ने गुआढ़ी नूं वध दिता ते मैनूं घट दिता होया। जिन्ने का अधिकारी गुआढ़ी से उन्होंने मिल गया, जिन्ने का अधिकारी तैनूं मिल गया। इस करके रोस नहीं करना कदे भी। ते सतगुरु महाराज कृपा करते हैं, कहते उस वाहिगुरु ने आप ही कहते जीवां नूं कहते तिन्नां भवनां नूं साजण वाला, तिन्नां लोकां नूं साजण वाला, ते तिन्नां लोकां विच ही अपनी माया का पसारा फैलाया होया है। ते आप ही कहते माया के अधीन सारे कीते हुए ने, ते आप ही वाहिगुरु परमात्मा कहते जीवां नूं खपाए पैदा करता है, ते आप खपाए का ते आप ही कहते वो मालक खपाए का खत्म करता है। सुनो खाणी, सुनो बाणी, सुनो उपजी, सुन समाणी। सुन नरोन परमेश्वर तो, अफर परमेश्वर तो। खाणी चार खाणी, अंडज, जेरज,
सेतज उत्पुज, ये चार खाणियां ने। अंडियां तो पैदा होने वाले पंछी इत्यादि, जीरज तो पैदा होने वाले मनुख, पशु, जंगली जानवर, ये गुरु ਸਾਹਿਬ जीरज तो पैदा होने वाले। पसीने तो पैदा होने वाले, जिमें मनुख इशनान ना करे, केशी इशनान ना करे, पिंडा इशनान ना करे, ते दो चार दिन इशनान ना करिए ना, तो उस शरीर की पसीने राही, मैल के राही ही शरीर में जूआं इत्यादि पैदा हो जाती है। वो पसीने तो पैदा होने वाली ही जंतु। तीजे ने उत्पज धरती तो पैदा होने वाले, मिट्टी विचों पैदा होने वाले, जिवें बरखा के रुत विच बड़े कीड़े मकोड़े निकलते हैं, मिट्टी च पैदा होंदे ते मिट्टी विच समा जाते। ये चार प्रकार दी खाणियां, ये चार खाणियां भी उसे परमेश्वर तो पैदा हुई, ते अगे चार बाणियां। हर एक देश की वक्री वक्री बोली। भारत देश है, भारत के प्रांत ने, सूबे ने, ते सूबे की वक्री वक्री बोली है। हरियाणे वाले हरियाणवी बोली बोलते हैं, पंजाबी पंजाबी बोली बोलते हैं, ते महाराष्ट्र चले जाइए उत्थे मराठी बोली बोली जाती है। ते बोली है जो आप बोलते हैं ना, ये जिहड़ियां बोली है, बोल ये सब कुछ गुरु सवारे उसे ही परमात्मा ने ही पैदा की है। परमात्मा ही बुला रहे हैं, जीव नहीं बुला रहे। खाणियां भी उहदी पैदा कीतियां ने, ते बाणियां ये बोली भी उहदी पैदा की हुई है। चार बाणियां दी उहदी पैदा कीतियां। सुनो उपजी सुन समाणे, उसे ही अफर परमेश्वर का नरोल परमेश्वर तो उपजी पैदा होती है, ते उहदे विच ही जाके कहते फिर ये समाणी समा जाती है। उत्पुज चरत किया सिर करतै, विस्माद शब्द देखाए दा। उत्पुज चरत किया सब करता है, जिहड़ा वाहिगुरु परमात्मा परमेश्वर है, उहदे ही सारे कहते ये कौतक कीते हुए ने। ये चार खाणियां इत्यादि सारे उहदे ही ये कौतक हन। वो वाहिगुरु ही सब कुछ जिया पासों करवा रहा है। विस्माद शब्द दे खान, विस्माद का अर्थ है चार्ज करने वाला, वो अचार्ज स्वरूप है। उहदियां खेडां अचार्ज करने वालियां हन। ते गुरु के शब्द राही, गुरु अपने शब्द राही इस गल को दिखाइंदा दिखाउंदा है। जिहड़े गुरु के शब्द नाल जुड़दे ने ना, उन्होंने फिर गल की सोच ही आउंदी है कि बाकी परमेश्वर ही पैदा करने वाला, ते परमेश्वर ही ने, परमेश्वर ने ये खाणियां बाणियां सब कुछ पैदा कीतियां हन। फिर वो शब्द नाल जुड़ के अचार्ज परमेश्वर विच अभेद हुंदे ने, ते बेअंत बेअंत उस मालक नूं आखदे हन। इस तरह वो मालक की ये सारी खेड है। सुनो रात दिन सदोए किए, ओपत खपत सुखा दुख दिए। सुन अफर परमेश्वर तो ही, निरोल परमेश्वर तो, रात दिन दोए किए। दिन ते रात परमात्मा ने ही अपने काम तो पैदा किए। इसे तरह ही फिर जिवें दिन ते रात है, जे रात है तो दिन आउंदा गुरु ਸਾਹਿਬ, दिन है तो रात आवेगी। सूरज चढ़िया है तो सूरज ने अस्त होना है, जे अस्त होया तो सूरज चढ़ेगा, सूरज का प्रकाश होगा। सतगुरु कहते इस तरह ए जीव जिंदगी च अज सुख है ना, तो एक दिन फिर दुख भी आना है। जे दुख आया है, दुख वेले घबराना नहीं है, ते दुख तो बाद फिर सुख आता है। आप देखते जिंदगी च बतीत करते, बच्चे ने जन्म लिया घर में,
मनाई गई। उदों साडा फर्ज बनता सी कि परमेश्वर की आराधना करनी, मालक का गुरु का शुक्र करना, पर धर्म तो उलट कर्म कर दिंदे हैं। देखो गुरु नानक साहब महाराज विचरते हुए जा रहे ने, एक बणजारियां के नगर में पातशाह पहुंच गए। नगर तो बाहर डेरा ला रहे की देखते हैं उत्थे लोगों का बहुत भारी इकट्ठ होया है। लोग उत्थे गद्दे बंदे बैंड चल रहे हैं, गीत चल रहे हैं, सारे सुन रहे हैं, नच रहे, शराबा पी रहे हैं, मांस खा रहे हैं। ते किसी ने भी गुरु नानक पातशाह महाराज की सार नहीं पूछी। भाई मरदाना जी बैठे कोलों की लंघते जा रहे, किसी ने सिजदा नहीं किया, सतगुरु आके नमस्कार नहीं की। ते भाई मरदाना जी कहन लगे कि सतगुरु किहो जिहे लोग ने, इस दुनिया के मालक आए होण, अतिथि आए होण, फर्ज बनता है कि चलो जल पानी पुछिया जाए। ते इन्हां सतगुरु तुहानूं सजदा भी नहीं कीता, तुहाडे कोलों दे कई बार लंघे ने, एक बार कई बार लंघे ने। सतगुरु महाराज कहन लगे भाई जिहड़ा बणजारियां दा सरदार है ना, ਉਹਦੇ घर पुत्र पैदा कई साल बाद, पुत्र की जन्म की खुशी इन्नी है कि वो भुल ही गए ने कि रब भी संसार दे विच ही है। करते नूं भुल गए, जिहड़ा दात दित्ती नूं भुल गए ने। इस करके इन्नी खुशी इन्हां हो रही है। ते सतगुरु गुरु नानक पातशाह कहन लगे भाई मरदाना जी रात कट तुहानूं पता लग जाएगा, जे खुशी है तो गमी होंदी है, ते गमी है तो फिर खुशी होंदी है। और गुरु सवारे सारी रात भंगड़े पाते रहे, नचते रहे, बेहोशी की हालत नशे में तदाकार होके इस धरती से टेके, थक के हार के सो गए। जदों अमृत वेले का समा होया ते गुरु नानक पातशाह महाराज ने चौकड़ा मार के सतगुरु बैठ गए, मालक के गुण गायन करन लगे। इधर भाई मरदाना जी ते गुरु नानक पातशाह गुण गायन कर रहे ने, उधर उसे ही बणजारियां दे कबीले विचों बैंड पैणी शुरू हो गए, उच्ची उच्ची आवाज विच रो रहे ने, कुरला रहे ने। तो भाई मरदाना जी के कन्ना में आवाज गई कि भाई मरदाना जी गुरु नानक पातशाह मानू पुछते कि सात पातशाह जी की सतगुरु गुरु नानक पातशाह कहन लगे कि जिसकी वक्त तिसै लै जाए। कि परमात्मा ने दात दी सी ना, पुत्र होया सी बणजारियां दे सरदार दे घर, पुत्र चढ़ाई करके और ये रो रहे, कल नचते सी खुशी मना रहे सन, ते अज फिर दुख ने घेरिया हम रो रहे। जो रो रहे ने तो फिर गुरु जो दुख आता ना, दुख वेले फिर जीव रब नूं चेते करता, रब नूं लांभे देण लगे कि रब्बा जे तो साडे पासों थोड़ा असीं दिता क्यों है, सानू सुख दे के सानू नाल जोड़ दिता, ते बाद साडे पासों थोड़ा भी थोड़ा कीता है। फिर विच कुछ सियाणे सी कहण लगे देखो तुहानू पता है कि साडे नगर दे विच बाहर रब दे प्यारे बैठे हुए ने, ते आपां नूं जल पानी नहीं पुछिया, सारा दिन असीं सब भुखे भाणे बैठे, ना पानी पुछिया, भोजन की तां दूर की गल है। चलो आप उन्होंने कोल जाके माफी मंगीए, हो सकता साडा बच्चा जिंदा हो जाए। कहते बच्चे नूं चुकिया ते धन गुरु नानक दे महाराज दे कोल लैके आके सतगुरु नूं सजदा कीता, कि रो के भुब्बा मार के बणजारा रो रहा कि सच्चे पातशाह हथ भुल हुई है, कृपा करो साडे बच्चे नूं ठीक करना।
ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਮਰੱਥ ਨੇ। ਗੁਰਬਾਣੀ ਕਹਿੰਦੀ ਹੈ ਕਿ ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਸਰਬਤ ਪਾਲੇ। ਗੁਰੂ ਕੁਝ ਵੀ ਕਰ ਸਕਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਪਰਮਾਤਮਾ ਦਾ ਹੁਕਮ ਸੀ। ਤੁਹਾਨੂੰ ਦਾਤ ਦਿੱਤੀ ਸੀ, ਦਾਤ ਪ੍ਰਾਪਤ ਕਰਕੇ ਤੁਸੀਂ ਉਸ ਮਾਲਕ ਦਾ ਸ਼ੁਕਰ ਕਰਨਾ ਸੀ, ਧੰਨਵਾਦ ਕਰਨਾ ਸੀ, ਪਰ ਤੁਸੀਂ ਤਾਂ ਰੱਬ ਨੂੰ ਵਿਸਾਰ ਦਿੱਤਾ, ਆਪਣੇ ਮੁਖ ਨੂੰ ਵਾਹਿਗੁਰੂ ਨਹੀਂ ਆਖਣਾ ਕੀਤਾ। ਕਿੰਨੀ ਜੀਵ ਹੱਤਿਆ ਕਰਕੇ ਇੱਥੇ ਤੁਸੀਂ ਮਾਸ ਖਾ ਰਹੇ ਹੋ, ਸ਼ਰਾਬ ਪੀ ਰਹੇ ਹੋ, ਤੇ ਇੱਕ ਵਾਰੀ ਤੁਸੀਂ ਵਾਹਿਗੁਰੂ ਨਹੀਂ ਆਖਣਾ ਕੀਤਾ। ਦੁੱਖ ਆਇਆ, ਦੁੱਖ ਵੇਲੇ ਸਾਡੇ ਕੋਲ ਚੱਲ ਕੇ ਆ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਉਸ ਸਮੇਂ ਵਣਜਾਰਿਆਂ ਨੂੰ ਉਪਦੇਸ਼ ਦੇਣ ਹਿੱਤ ਵਣਜਾਰਾ ਨਾਮੇ ਬਾਣੀ ਉਚਾਰਨ ਕੀਤੀ ਹੈ। ਪਹਿਲਾ ਪਹਿਲਾ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਕਰਵਾਸ। ਇਹ ਸ਼ਬਦ ਸਤਿਗੁਰੂ ਨੇ ਉਚਾਰਨ ਕੀਤਾ, ਇਹਨਾਂ ਦੇ ਮਨ ਨੂੰ ਧਰਾ ਦੇਣਾ ਕੀਤਾ ਕਿ ਭਾਈ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਮਾਤਾ ਦੇ ਗਰਭ ਵਿੱਚ ਸਰੀਰ ਵਜੂਦ ਬਣਦਾ, ਹੁਕਮ ਦੇ ਵਿੱਚ ਹੀ ਬਾਹਰ ਹੁੰਦਾ, ਤੇ ਹੁਕਮ ਦੇ ਵਿੱਚ ਹੀ ਫਿਰ ਮਾਲਕ ਦੇ ਉੱਤੇ ਸੰਸਾਰ ਨੂੰ ਕੁਝ ਕਰ ਜਾਂਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਬੱਚਾ ਤਾਂ ਚਲਿਆ ਗਿਆ, ਤੁਸੀਂ ਪਰਮਾਤਮਾ ਦੀ ਸਿਫਤ ਕਰੋ, ਇਬਾਦਤ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਵਣਜਾਰੇ ਸਰਦਾਰ ਦੇ ਘਰ ਦੇ ਵਿੱਚ ਇੱਕ ਹੋਰ ਪੁੱਤਰ ਪੈਦਾ ਹੋ ਜਾਵੇ। ਗੁਰੂ ਨਾਨਕ ਪਾਤਸ਼ਾਹ ਨੇ ਇਹ ਬਖਸ਼ਿਸ਼ ਕਰ ਦਿੱਤੀ। ਸੋ ਕਹਿਣ ਦਾ ਭਾਵ ਹੈ ਗੁਰੂ ਸੋਰੇ ਸੁੱਖ ਆਇਆ ਫਿਰ ਦੁੱਖ ਹੈ, ਜੇ ਦੁੱਖ ਆਇਆ ਫਿਰ ਸੁੱਖ ਵੀ ਹੈ। ਇਹ ਦੋਨੋਂ ਸਾਡੇ ਨਾਲ ਜੁੜੇ ਨੇ। ਤੇ ਸਤਿਗੁਰੂ ਕਹਿੰਦੇ ਨੇ, ਇੱਥੇ ਸਤਿਗੁਰੂ ਹੀ ਬਚਨ ਕਰਦੇ ਹਨ, ਕਹਿੰਦੇ ਨੇ ਉਸ ਮਾਲਕ ਨੇ ਰਾਤ ਪੈਦਾ ਕੀਤੀ, ਦਿਨ ਬਣਾਏ, ਫਿਰ ਓਪਤ ਖਪਤ ਸੁੱਖਾਂ ਦੁੱਖ ਦੀਏ। ਜੀਵਾਂ ਨੂੰ ਪੈਦਾ ਕਰਕੇ ਫਿਰ ਖਪਤ ਕਰਦਾ ਹੈ, ਫਿਰ ਕਹਿੰਦੇ ਸੁੱਖ ਦਿੰਦਾ, ਦੁੱਖ ਦਿੰਦਾ। ਇਹ ਸਾਰੇ ਪਰਮਾਤਮਾ ਦੇ ਹਨ, ਉਹਦੇ ਹੁਕਮ ਦੇ ਵਿੱਚ ਹਨ। ਸੁਖ ਦੁੱਖ ਹੀਤੇ ਅਮਰ ਅਤੀਤਾ, ਗੁਰਮੁਖ ਨਿਜ ਘਰ ਪਾਏਗਾ। ਜਿਹੜਾ ਪਰਮੇਸ਼ਰ ਹੈ ਨਾ, ਉਹ ਸੁੱਖ ਦੁੱਖ ਤੋਂ ਅਮਰ ਹੈ, ਨਾ ਉਹਨੂੰ ਦੁੱਖ ਹੈ ਨਾ ਸੁੱਖ ਹੈ। ਗੁਰੂ ਸਵਾਰੇ ਉਹਦੀ ਇੱਕ ਸੰਬਿਰਤੀ ਹੈ। ਜਿਹੜੇ ਉਹਦੇ ਪਿਆਰੇ ਨੇ ਉਸ ਮਾਲਕ ਦੇ ਗੁਣ ਗਾ ਕੇ ਉਹ ਵੀ ਸੁੱਖ ਦੁੱਖ ਦੇ ਵਿੱਚ ਇੱਕ ਸਮਾਂ ਆਪਣੀ ਬਿਰਤੀ ਰੱਖਦੇ ਹਨ, ਅਤੀਤ ਰਹਿੰਦੇ ਨੇ। ਤੇ ਗੁਰਮੁਖ ਨਿਜ ਘਰ ਪਾਏਗਾ। ਜਿਹੜਾ ਗੁਰਮੁਖ, ਜਿਹੜਾ ਗੁਰੂ ਦੇ ਸਾਹਮਣੇ ਰਹਿਣ ਵਾਲਾ, ਜਿਹੜਾ ਸਰੂਪ ਰੂਪੀ ਘਰ ਵਿੱਚ ਇੱਕ ਹੋ ਜਾਂਦਾ ਹੈ, ਕਹਿੰਦੇ ਨੇ ਉਹ ਫਿਰ ਇਸ ਤਰ੍ਹਾਂ ਆਪਣੇ ਨਿਜ ਸਰੂਪ ਦੇ ਵਿੱਚੋਂ ਹੀ ਆਪਣੇ ਘਰ ਦੇ ਵਿੱਚ ਉਸ ਪਤੀ ਪਰਿਪੂਰਨ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ। ਭਾਵ ਜਿਵੇਂ ਜਿਸ ਤਰ੍ਹਾਂ ਦਾ ਜੀਵਨ ਪਰਮਾਤਮਾ ਦਾ, ਪਰਮਾਤਮਾ ਦੁੱਖ ਸੁੱਖ ਤੋਂ ਰਹਿਤ ਹੈ, ਤੇ ਪ੍ਰਭੂ ਦੇ ਪਿਆਰੇ ਜਿਹੜੇ ਨੇ ਉਹ ਮਾਲਕ ਦੇ ਗੁਣਾਂ ਦਾ ਗਿਆਨ ਕਰਦੇ ਨੇ। ਦੁੱਖ ਉਹਨਾਂ ਦੇ ਸਰੀਰ ਉੱਤੇ ਆਉਂਦੇ ਹਨ, ਪਰ ਦੁੱਖ ਨੂੰ ਦੇਖ ਕੇ ਘਬਰਾਉਂਦੇ ਨਹੀਂ ਹਨ। ਜੇ ਸੁੱਖ ਆਉਂਦਾ ਤੇ ਸੁੱਖ ਵੇਲੇ ਪਰਮਾਤਮਾ ਨੂੰ ਵਿਸਾਰਦੇ ਨਹੀਂ ਹਨ, ਪਰਮਾਤਮਾ ਦਾ ਸ਼ੁਕਰ ਕਰਦੇ ਹਨ। ਇਹੋ ਜਿਹਾ ਉਹਨਾਂ ਦਾ ਜੀਵਨ ਹੈ। ਤੇ ਇਸ ਤਰ੍ਹਾਂ ਆਪਣੇ ਨਿਜ ਸਰੂਪ ਰੂਪੀ ਘਰ ਦੇ ਵਿੱਚੋਂ ਹੀ ਉਸ ਪਾਲਕ ਵਾਹਿਗੁਰੂ ਨੂੰ ਹੀ, ਪਰਮਾਤਮਾ ਨੂੰ ਉਹ ਪ੍ਰਾਪਤ ਕਰ ਲੈਂਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼